ਸਤਿ ਸ਼੍ਰੀ ਅਕਾਲ। ਮੈਂ ਹਾਂ ਵਿਸ਼ਾਲ ਇੰਗਲਿਸ਼। ਤੁਸੀਂ ਦੇਖ ਰਹੇ ਹੋ ਨਿਊਜ਼ 24 ਪੰਜਾਬ ਹਰਿਆਣਾ ਹਿਮਾਚਲ ਤੇ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਭਖਦੇ ਮਸਲੇ ਦੀ, ਕਿਉਂਕਿ ਹਰ ਤਰਫ ਜਿਹੜੀ ਚਰਚਾਵਾਂ ਚੱਲ ਰਹੀਆਂ ਨੇ ਨਗਰ ਪਾਲਿਕਾ ਤੇ ਨਗਰ ਨਿਗਮ ਚੋਣਾਂ ਦੀਆਂ ਚੱਲ ਰਹੀਆਂ ਨੇ। ਕੋਈ ਜਿੱਤ ਚੁੱਕਿਆ ਹੈ, ਕੋਈ ਹਾਰ ਚੁੱਕਿਆ ਹੈ ਤੇ ਕੋਈ ਘਰ ਬੈਠ ਗਿਆ ਹੈ ਤੇ ਕਿਸੇ ਨੇ ਸੁਪਨੇ ਸੰਜੋ ਲਏ ਨੇ ਆਉਣ ਵਾਲਾ ਕਮੇਟੀ ਦਾ, ਨਗਰ ਕੌਂਸਲ ਦਾ ਪ੍ਰਧਾਨ ਜਾਂ ਨਗਰ ਨਿਗਮ ਦਾ ਮੇਅਰ ਬਣਨ ਵਾਸਤੇ। ਲੇਕਿਨ ਉੱਥੇ ਹੀ ਰਾਜਨੀਤੀ ਕਾਫੀ ਹਾਵੀ ਹੋ ਚੁੱਕੀ ਹੈ, ਕਿਉਂਕਿ 2022 ਦਾ ਇਲੈਕਸ਼ਨ ਆਉਣ ਵਾਲਾ ਹੈ ਤੇ 2022 ਦੀ ਰਣਨੀਤੀ ਹੁਣੇ ਤੋਂ ਬਣਾਉਣੀ ਹਰੇਕ ਪਾਰਟੀ ਨੇ ਸ਼ੁਰੂ ਵੀ ਕਰ ਦਿੱਤੀ ਹੈ। ਫਿਲਹਾਲ ਕੈਪਟਨ ਅਮਰਿੰਦਰ ਸਿੰਘ ਨੂੰ ਆਉਣ ਵਾਲੇ ਮੁੱਖ ਮੰਤਰੀ ਦੇ ਤੌਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਤੇ ਦੂਸਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ ਹੈ ਜਾਂ ਫਿਰ ਭਾਰਤੀ ਜਨਤਾ ਪਾਰਟੀ ਹੈ, ਉਹਨਾਂ ਦੀ ਰਣਨੀਤੀ ਕਿਸ ਤਰ੍ਹਾਂ ਦੀ ਹੋਵੇਗੀ। ਲੇਕਿਨ ਸਾਡੇ ਨਾਲ ਮੌਜੂਦ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਜੀ। ਇਹ ਦੱਸੋ ਕਿ ਕਾਫੀ ਨਮੋਸ਼ੀ ਦਾ ਭਾਰਤੀ ਜਨਤਾ ਪਾਰਟੀ ਨੂੰ ਜੋ ਇਸ ਸਮੇਂ ਅੰਕੜੇ ਦੱਸ ਰਹੇ ਨੇ ਕਿ ਸਾਹਮਣਾ ਕਰਨਾ ਪਿਆ ਤੇ ਆਮ ਆਦਮੀ ਪਾਰਟੀ ਤੇ ਬੀਜੇਪੀ ਤੋਂ ਜ਼ਿਆਦਾ ਜਿਹੜੇ ਉਮੀਦਵਾਰ ਸੀਗੇ ਉਹ ਆਜ਼ਾਦ ਜਿੱਤ ਚੁੱਕੇ ਨੇ। ਐਸਾ ਕਿ ਨਗਰ ਨਿਗਮ ਦਾ ਔਰ ਨਗਰ ਪਾਲਿਕਾਵਾਂ ਦਾ ਜਿਹੜਾ ਚੁਣਾਵ ਪੰਜਾਬ ਦੇ ਅੰਦਰ ਸਟੇਟ ਇਲੈਕਸ਼ਨ ਕਮਿਸ਼ਨ ਨੇ ਕਰਾਇਆ ਹੈ, ਇਹਦੀ ਨਿਸ਼ਪਕਸ਼ਤਾ ਦੇ ਉੱਤੇ ਸਭ ਨੂੰ ਇਤਰਾਜ਼ ਵੀ ਹੈਗਾ ਔਰ ਸਮੇਂ-ਸਮੇਂ 'ਤੇ ਇਹਦੀ ਜਾਣਕਾਰੀ ਵੀ ਸਭ ਨੂੰ ਦਿੱਤੀ ਗਈ ਹੈ। ਨਿਮੋਸ਼ੀ ਕੋਈ ਨਹੀਂ ਹੈ। ਪੰਜਾਬ ਦੇ ਅੰਦਰ ਕਾਂਗਰਸ ਤਾਂ ਜਿੱਤੀ ਹੈ, ਪਰ ਪੰਜਾਬ ਦਾ ਲੋਕਤੰਤਰ ਜਿਹੜਾ ਹੈ ਉਹ ਹਾਰਿਆ। ਲੋਕਤੰਤਰ ਤਾਰ-ਤਾਰ ਹੋਇਆ। ਇਹ ਚੁਣਾਵ ਦੀ ਲੁੱਟ ਹੋਈ ਹੈ, ਲੋਕਤੰਤਰ ਦੀ ਹਾਰ ਹੋਈ ਹੈ। ਔਰ ਜਿੱਥੇ ਤੱਕ ਬੀਜੇਪੀ ਦਾ ਸਵਾਲ ਹੈ, ਇਹਨਾਂ ਵਿਪਰੀਤ ਪ੍ਰਸਥਿਤੀਆਂ ਦੇ ਅੰਦਰ ਪਾਰਟੀ ਦੇ 1049 ਕਾਰਜਕਰਤਾਵਾਂ ਨੇ ਕਮਲ ਦੇ ਨਿਸ਼ਾਨ 'ਤੇ ਚੁਣਾਵ ਲੜਿਆ। ਇਹੀ ਬੀਜੇਪੀ ਦੀ ਬਹੁਤ ਵੱਡੀ ਉਪਲਬਧੀ ਹੈ, ਕਿਉਂਕਿ 22 ਸਾਲਾਂ ਤੋਂ ਬਾਅਦ ਪਾਰਟੀ ਆਪਣੇ ਦਮ ਦੇ ਉੱਤੇ ਇਹ ਚੁਣਾਵ ਲੜ ਪਾਈ। ਔਰ ਜਿਸ ਵੇਲੇ ਕਾਂਗਰਸ ਦੀ ਪ੍ਰਸ਼ਾਸਨ ਦੀ ਮਿਲੀ ਭਗਤ ਦੇ ਨਾਲ ਕਿਸਾਨਾਂ ਦੀ ਆੜ ਦੇ ਅੰਦਰ ਸਾਡੇ ਕੈਂਡੀਡੇਟਾਂ ਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ। ਫਾਰਮ ਜ਼ਰੂਰ ਉਹਨਾਂ ਦੇ ਭਰੋਗੇ, ਲੇਕਿਨ ਨਾ ਉਹ ਪ੍ਰਚਾਰ ਕਰ ਪਾਏ, ਨਾ ਪੋਸਟਰ ਲਗਾ ਪਾਏ, ਨਾ ਦਫ਼ਤਰ ਖੋਲ੍ਹ ਪਾਏ। ਅਤੇ ਕੈਸਾ ਚੁਣਾਵ ਹੋਇਆ, ਇਹ ਸਾਰੇ ਪੰਜਾਬੀਆਂ ਨੇ ਬੜੇ ਨੇੜਿਓਂ ਦੇਖਿਆ। ਲੇਕਿਨ ਮੈਂ ਉਹਨਾਂ ਕਾਰਜਕਰਤਾਵਾਂ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਇਹਨਾਂ ਪ੍ਰਸਥਿਤੀਆਂ ਦਾ ਸਾਹਮਣਾ ਕਰਦੇ ਹੋਏ ਆਪਣੇ ਜੀਵਨ ਨੂੰ ਜੋਖਮ 'ਚ ਡਾ ਪਾ ਕੇ, ਜਦੋਂ ਕਿ ਘਰੋਂ ਨਿਕਲਣਾ ਦੁਸ਼ਵਰ ਸੀ ਉਹਨਾਂ ਦਾ, ਜਗ੍ਹਾ ਜਗ੍ਹਾ ਦੇ ਉੱਤੇ ਕਾਂਗਰਸ ਦੇ ਗੁੰਡੇ ਕਿਸਾਨਾਂ ਦਾ ਝੰਡਾ ਫੜ ਕੇ ਵਿਰੋਧ ਕਰ ਰਹੇ ਸੀ, ਉਹਨਾਂ ਨੇ ਪਾਰਟੀ ਦੇ ਕਮਲ ਦੇ ਨਿਸ਼ਾਨ ਨੂੰ ਫੜ ਕੇ ਰੱਖਿਆ। ਇਹਦੇ ਲਈ ਉਹ ਸਾਰੇ ਵਧਾਈ ਦੇ ਪਾਤਰ ਨੇ। ਲੇਕਿਨ ਸ਼ਰਮਾ ਜੀ, ਜਿਸ ਤਰ੍ਹਾਂ ਦੀਆਂ ਲਗਾਤਾਰ ਰਿਪੋਰਟਸ ਵੀ ਆ ਰਹੀਆਂ ਨੇ ਤੇ ਇਹ ਤੋਂ ਪਹਿਲਾਂ ਕਾਂਗਰਸ ਵੀ ਕਹਿ ਰਹੀ ਸੀ ਕਿ ਜਦ ਅੱਜ ਤੋਂ 5 ਸਾਲ ਪਹਿਲਾਂ ਦਾ ਇਲੈਕਸ਼ਨ ਹੋਇਆ ਸੀ, ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਗਠਬੰਧਨ ਵੀ ਸੀਗੇ ਤੇ ਅੱਜ ਦੀ ਜਿਹੜੀ ਹਾਲਾਤ ਤੁਹਾਡੀ ਹੋਈ ਹੈ ਉਹ ਕਾਂਗਰਸ ਦੀ ਦਿਖਾਈ ਦੇ ਰਹੀ ਸੀਗੀ ਕਿਤੇ ਨਾ ਕਿਤੇ। ਐਸਾ ਕਿ ਅੱਜ ਦਾ ਜਿਹੜਾ ਚੁਣਾਵ ਹੈ, ਇਹਦੇ ਅੰਦਰ ਜਿੱਥੇ ਪ੍ਰਸ਼ਾਸਨ ਦਾ ਦੁਰਪਯੋਗ ਹੋਇਆ, ਜਿੱਥੇ ਪੁਲਿਸ ਦਾ ਦੁਰਪਯੋਗ ਹੋਇਆ, ਜਿੱਥੇ ਚੁਣਾਵ ਆਯੋਗ ਸਟੇਟ ਦਾ ਕੁੰਭਕਰਨੀ ਨੀਂਦ ਸੁੱਤਾ ਰਿਹਾ, ਇਹਦੇ ਨਾਲ ਨਾਲ ਬੂਥ ਕੈਪਚਰਿੰਗ ਕਰਨਾ, ਸਾਇਲੈਂਟ ਬੂਥ ਕੈਪਚਰਿੰਗ ਕਰਨਾ, ਲਿਸਟਾਂ ਦੇ ਅੰਦਰ ਹੇਰਾਫੇਰੀ ਕਰਨਾ, 100 ਇੱਕ ਬੂਥ ਦੇ 'ਤੇ 100 ਨਾਂ ਐਸੇ ਸੀ ਜਿਹੜੇ ਨਾ ਹੀ ਉਸ ਵਾਰਡ ਦੇ ਵਸਿੰਦੇ ਸੀ, ਨਾ ਹੀ ਵੋਟਰ ਬਣ ਸਕਦੇ ਸੀ, ਲੇਕਿਨ ਉਹਨਾਂ ਨੂੰ ਵੋਟਰ ਬਣਾਇਆ ਗਿਆ। ਇਸੇ ਕਰਕੇ ਮੈਂ ਕਹਿ ਰਿਹਾ ਕਿ ਇਹ ਲੁੱਟ ਜਿਹੜੀ ਹੋਈ ਹੈ, ਇਹ ਚੁਣਾਵ ਆਯੋਗ ਦੀ ਕਾਰਜ ਪ੍ਰਣਾਲੀ ਪੰਜਾਬ ਦੇ ਉੱਤੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈ। ਔਰ ਇਸ ਪ੍ਰਕਾਰ ਦਾ ਚੁਣਾਵ ਕਰਾਉਣ ਤੋਂ ਬੈਟਰ ਇਹ ਹੁੰਦਾ ਕਿ ਅਮਰਿੰਦਰ ਸਿੰਘ ਜੀ ਨੋਮੀਨੇਸ਼ਨ ਕਰਵਾ ਲੈਂਦੇ। ਲੇਕਿਨ ਕਾਂਗਰਸ ਨੂੰ ਵੀ ਇਹ ਗੱਲ ਪਤਾ ਹੈ ਕਿ ਇਹ ਚੁਣਾਵ ਜਿੱਤੇ ਨਹੀਂ ਹੈ, ਚੁਣਾਵ ਲੁੱਟਿਆ। ਪ੍ਰਣਾਮ ਵੀ ਉਹਨਾਂ ਨੇ ਆਪਣੇ ਫੇਵਰ 'ਚ ਕਰਵਾਉਣ ਦੇ ਲਈ ਕਿਸ ਪ੍ਰਕਾਰ ਦੇ ਹਥਕੰਡੇ ਅਪਣਾਏ ਨੇ। ਲੇਕਿਨ ਫਿਰ ਵੀ ਅਗਰ ਉਹ ਆਪਣੀ ਪਿੱਠ ਤਪਤਪਾਉਣਾ ਚਾਹੁੰਦੇ ਨੇ ਅਤੇ ਅੱਖਾਂ ਬੰਦ ਕਰਕੇ ਰੱਖਣਾ ਚਾਹੁੰਦੇ ਨੇ ਤਾਂ ਕੋਈ ਗੱਲ ਨਹੀਂ। ਲੇਕਿਨ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਨੇ ਤਾਂ ਤੁਹਾਨੂੰ ਲੱਗ ਰਿਹਾ ਹੈਗਾ ਕਿ ਜਿਹੜਾ ਕਿਸਾਨ ਅੰਦੋਲਨ, ਕਿਸਾਨ ਕਈ ਮਹੀਨਿਆਂ ਤੋਂ, ਚਾਹੇ ਉਹ ਪਹਿਲਾਂ ਗਰਮੀ ਵੀ ਉਹਨਾਂ ਨੇ ਹੰਢਾ ਲਈ,
ਫਿਰ ਸਰਦੀ ਵੀ ਹੰਢਾ ਲਈ ਤੇ ਹੁਣ ਫਿਰ ਜਿਹੜੀ ਗਰਮੀ ਦੀ ਸ਼ੁਰੂਆਤ ਹੋ ਚੁੱਕੀ ਹੈ, ਤਾਂ ਉਹਦਾ ਅਸਰ ਇਹਨਾਂ ਚੋਣਾਂ ਦੇ ਵਿੱਚ ਪੈਂਦਾ ਹੋਇਆ ਦਿਖਾਈ ਦੇ ਵੀ ਰਿਹਾ ਹੈ ਤੇ ਦਿੱਤਾ ਵੀ ਹੈ। ਐਸਾ ਹੈ ਕਿ ਕਿਸਾਨ ਅੰਦੋਲਨ ਕਰ ਰਿਹਾ ਇਹ ਉਹਦਾ ਲੋਕਤਾਂਤਰਿਕ ਅਧਿਕਾਰ ਹੈ, ਲੇਕਿਨ ਦੂਸਰੇ ਨੂੰ ਗੱਲ ਨਹੀਂ ਕਹਿਣ ਦੇਣੀ। ਉਹਨਾਂ ਦੀ ਆੜ ਦੇ ਅੰਦਰ, ਕਿਸਾਨ ਅੰਦੋਲਨ ਦੀ ਆੜ ਦੇ ਅੰਦਰ ਕਾਂਗਰਸ ਦੇ ਗੁੰਡੇ ਪੰਜਾਬ ਦੇ ਅੰਦਰ ਜਿਨ੍ਹਾਂ ਨੂੰ ਅਮਨ ਸ਼ਾਂਤੀ ਚੰਗਾ ਨਹੀਂ ਲੱਗਦੀ, ਉਹ ਹੱਥ 'ਚ ਝੰਡੇ ਫੜ ਕੇ ਇੱਕ ਵਿਸ਼ੇਸ਼ ਪਾਰਟੀ ਨੂੰ ਪ੍ਰਚਾਰ ਕਰਨ ਤੋਂ ਰੋਕਣਗੇ, ਆਪਣੀਆਂ ਬੈਠਕਾਂ ਕਰਨ ਤੋਂ ਰੋਕਣਗੇ, ਆਪਣੇ ਕੰਮ ਕਰਨ ਤੋਂ ਰੋਕਣਗੇ। ਤੇ ਇੱਕ ਐਸਾ ਲੋਕਤੰਤਰ ਜਿਹੜਾ ਲੋਕਤੰਤਰ ਅੰਦੋਲਨ ਦੀ ਇਜਾਜ਼ਤ ਦਿੰਦਾ ਹੈ, ਜਿਹੜਾ ਲੋਕਤੰਤਰ ਦਾ ਸੰਵਿਧਾਨ ਧਰਨੇ ਲਗਾਉਣ ਦੀ ਇਜਾਜ਼ਤ ਦਿੰਦਾ ਹੈ, ਉਹੀ ਸੰਵਿਧਾਨ ਭਾਰਤੀ ਜਨਤਾ ਪਾਰਟੀ ਨੂੰ ਵੀ ਤਾਂ ਅਧਿਕਾਰ ਦਿੰਦਾ ਹੈ ਕਿ ਉਹ ਆਪਣੀ ਗੱਲਬਾਤ ਕਹਿ ਸਕਣ, ਆਪਣੇ ਪ੍ਰੋਗਰਾਮ ਕਰ ਸਕਣ। ਔਰ ਇਹ ਗੱਲ ਕਿਸਾਨ ਅੰਦੋਲਨਕਾਰੀਆਂ ਨੂੰ ਸੋਚਣੀ ਚਾਹੀਦੀ ਹੈ ਕਿ ਉਹਨਾਂ ਦਾ ਅੰਦੋਲਨ ਇਹਦੇ ਦੇ ਨਾਲ ਕਾਂਗਰਸ ਉਹਦਾ ਪ੍ਰਯੋਗ ਕਰਕੇ ਉਹਨਾਂ ਨੂੰ ਬਦਨਾਮ ਕਰ ਰਹੀ ਹੈ। ਇਸ ਕਰਕੇ ਲੋਕਤੰਤਰ ਦੀਆਂ ਪਰੰਪਰਾ ਇਹ ਹੈ ਕਿ ਚਾਹੇ ਕੋਈ ਆਜ਼ਾਦ ਹੋਏ, ਚਾਹੇ ਕੋਈ ਪੋਲੀਟੀਕਲ ਪਾਰਟੀ ਹੋਏ, ਕੋਈ ਸਮਾਜਿਕ ਸੰਸਥਾ ਹੈ, ਉਹ ਆਪਣੀ ਗੱਲ ਸਮਾਜ ਦੇ ਵਰਗ ਤੱਕ ਜਾਣ ਲਈ ਸੁਤੰਤਰ ਹੋਏ, ਉਹਨੂੰ ਐਸਾ ਵਾਤਾਵਰਣ ਮਿਲੇ ਕਿ ਉਹ ਨਿਰਪੱਖ ਹੋ ਕੇ, ਨਿਰਭੈ ਹੋ ਕੇ ਆਪਣੀ ਗੱਲ ਲੋਕਾਂ ਤੱਕ ਪਹੁੰਚਾ ਸਕੇ, ਤਾਂ ਕਿ ਲੋਕੀ ਨਿਰਣੇ ਕਰਨ। ਲੋਕਤੰਤਰ 'ਚ ਲੋਕੀ ਨਿਰਣੇ ਕਰਦੇ ਨੇ, ਪਰ ਇਹਨਾਂ ਚੁਣਾਵਾਂ 'ਚ ਲੋਕਾਂ ਨੇ ਨਿਰਣੇ ਨਹੀਂ ਕੀਤਾ। ਇਹਨਾਂ ਚੁਣਾਵਾਂ ਦੇ ਅੰਦਰ ਕਾਂਗਰਸ ਨੇ ਪ੍ਰਸ਼ਾਸਨ ਦੇ ਲਾਠੀ ਦੇ ਜ਼ੋਰ ਦੇ ਨਾਲ ਇਸ ਚੁਣਾਵ ਨੂੰ ਜਿੱਤਿਆ, ਔਰ ਇਹ ਸਾਰਾ ਸਭ ਦੇ ਸਾਹਮਣੇ ਹੈ। ਲੇਕਿਨ ਕਿਸਾਨ ਕਹਿ ਰਹੇ ਨੇ ਕਿ ਸਾਡਾ ਜਿਹੜਾ ਅਸਰ ਸੀਗਾ ਪੰਜਾਬ ਦੇ ਵਿੱਚ ਤਾਂ ਦਿਖਾਈ ਦਿੱਤਾ ਹੀ ਦਿੱਤਾ, ਹਰਿਆਣਾ ਦੇ ਵਿੱਚ ਵੀ ਦਿਖਾਈ ਦੇਵੇਗਾ, ਤੇ ਜਿਹੜੀਆਂ ਉੱਤਰ ਪ੍ਰਦੇਸ਼ ਦੀਆਂ ਪੰਚਾਇਤੀ ਚੋਣਾਂ ਆਉਣ ਵਾਲੀਆਂ ਨੇ ਉਹਨਾਂ ਦੇ ਵਿੱਚ ਵੀ ਦਿਖਾਈ ਦੇਊਗਾ ਕਿ ਜਿਸ ਤਰ੍ਹਾਂ ਕਿਸਾਨ ਲਗਾਤਾਰ ਹੀ ਆਪਣਾ ਐਜੀਟੇਸ਼ਨ ਕਰ ਰਹੇ ਨੇ ਤੇ ਭਾਰਤੀ ਜਨਤਾ ਪਾਰਟੀ ਨੂੰ ਉਹੀ ਪੁਰਾਣੀ ਭਾਰਤੀ ਜਨਤਾ ਪਾਰਟੀ ਬਣਾ ਕੇ ਛੱਡਣਗੇ ਜਿਹੜੀ ਅੱਜ 2/3 ਬਹੁਮਤ ਦੇ ਨਾਲ ਰਾਜ ਕਰ ਰਹੀ ਹੈ ਦੇਸ਼ ਦੇ ਉੱਤੇ। ਐਸਾ ਕਿ ਮੋਦੀ ਦੀ ਸਰਕਾਰ ਹਮੇਸ਼ਾ ਕਿਸਾਨ ਹਿਤੈਸ਼ੀ ਸਰਕਾਰ ਰਹੀ ਹੈ। ਇਹ ਗੱਲ ਠੀਕ ਹੈ ਕਿ ਅਸੀਂ ਆਪਣੀ ਗੱਲ ਅੱਛੇ ਤਰੀਕੇ ਨਾਲ ਸਮਝਾਉਣ 'ਚ ਅਜੇ ਸਫਲਤਾ ਪ੍ਰਾਪਤ ਨਹੀਂ ਕਰ ਪਾਏ। ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਿਹੜਾ ਵਿਅਕਤੀ ਬਿਨਾਂ ਮੰਗੇ ਕਿਸਾਨ ਦੇ ਖਾਤੇ ਦੇ ਅੰਦਰ 6000 ਰੁਪਇਆ ਸਾਲ ਦਾ ਪਾ ਰਿਹਾ ਹੈ ਸਨਮਾਨ ਨਿਧੀ ਦੇ ਰੂਪ 'ਚ, ਉਹ ਕਦੀ ਐਸਾ ਕੋਈ ਕੰਮ ਨਹੀਂ ਕਰ ਸਕਦਾ ਜਿਹੜਾ ਕਿਸਾਨ ਦੇ ਹਿੱਤ 'ਚ ਨਾ ਹੋਏ। ਔਰ ਲੋਕਤੰਤਰ ਦੇ ਅੰਦਰ ਸਵਸਥ ਪਰੰਪਰਾ ਇਹ ਰਹਿੰਦੀ ਹੈ ਕਿ ਚਰਚਾ ਦੇ ਦੁਆਰਾ ਵਿਸ਼ੇ ਹੱਲ ਹੁੰਦੇ ਨੇ, ਔਰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਸਰਕਾਰ ਹਮੇਸ਼ਾ ਚਰਚਾ ਕਰਨ ਲਈ ਤਿਆਰ ਹੈ। ਪ੍ਰਸ਼ਨ ਖੜਾ ਇਹ ਹੁੰਦਾ ਹੈ ਕਿ ਜਦ ਲਾਸਟ ਗੱਲਬਾਤ 'ਚ ਇਹ ਗੱਲ ਆ ਗਈ ਕਿ 1.5 ਸਾਲ ਲਈ ਇਹ ਕਾਨੂੰਨ ਲਾਗੂ ਨਹੀਂ ਹੋਣਗੇ, ਮਿਲ ਕੇ ਬੈਠਾਂਗੇ, ਸਹਿਮਤੀ ਬਣਾਵਾਂਗੇ ਤੇ ਫਿਰ ਅੱਗੇ ਵਧਾਂਗੇ, ਫਿਰ ਅੰਦੋਲਨ ਕਿਉਂ ਨਹੀਂ ਸਮਾਪਤ? ਪਰ ਸ਼ਰਮਾ ਜੀ, ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਇੱਕ ਟੈਲੀਫੋਨ ਦੀ ਦੂਰੀ ਹੈਗੀ, ਫੋਨ ਕਰੋ, ਬੁਲਾਓ ਤੇ ਕੰਮ ਖਤਮ ਕਰੋ। ਮੈਂ ਇੱਕ ਪ੍ਰਸ਼ਨ ਖੜਾ ਕਰ ਰਿਹਾ ਸਾਰੇ ਸਮੁੱਚੇ ਪੰਜਾਬੀਆਂ ਦੇ ਅੱਗੇ, ਜਦ 1.5 ਸਾਲ ਕਾਨੂੰਨ ਲਾਗੂ ਨਹੀਂ ਹੋਣਾ, ਮਿਲ ਬੈਠ ਕੇ ਚਰਚਾ ਹੋਣੀ ਹੈ, ਉਸ ਤੋਂ ਬਾਅਦ ਅੱਗੇ ਵਧਣਾ, ਫਿਰ ਐਸੇ ਕੌਣ ਲੋਕ ਨੇ ਜਿਨ੍ਹਾਂ ਨੇ ਇਸ ਅੰਦੋਲਨ ਨੂੰ ਸਮਾਪਤ ਨਹੀਂ ਹੋਣ ਦਿੱਤਾ? ਇੱਕ ਬਹੁਤ ਵੱਡਾ ਪ੍ਰਸ਼ਨ ਇਸ ਵੇਲੇ ਖੜਾ ਹੋਇਆ ਕਿ ਐਸੀਆਂ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਪੰਜਾਬ ਦੇ ਅਮਨ ਔਰ ਸ਼ਾਂਤੀ ਭਾਈਚਾਰੇ ਨੂੰ ਜਿਹੜਾ ਧੱਕਾ ਲਾਉਣਾ ਚਾਹੁੰਦੀਆਂ। ਇਹ ਅੰਦੋਲਨ ਉਸ ਦਿਨ ਸਮਾਪਤ ਹੋ ਜਾਣਾ ਚਾਹੀਦਾ ਸੀ ਜਿਸ ਦਿਨ 1.5 ਸਾਲ ਦੇ ਲਈ ਇਹਦੀ ਇੰਪਲੀਮੈਂਟੇਸ਼ਨ ਨੂੰ ਰੋਕਤਾ ਗਿਆ। ਟੇਬਲ 'ਤੇ ਆ ਕੇ ਗੱਲਬਾਤ ਕਰਨ ਤੋਂ ਬਾਅਦ ਅੱਗੇ ਵਧਣ ਦੀ ਗੱਲ ਕੀਤੀ ਗਈ, ਇਸ ਕਰਕੇ ਇਹ ਪ੍ਰਸ਼ਨ ਖੜਾ ਹੋ ਰਿਹਾ। ਲੇਕਿਨ ਸ਼ਰਮਾ ਜੀ, ਜਿਸ ਤਰ੍ਹਾਂ ਕਿਸਾਨ ਨੇਤਾ ਵੀ ਕਹਿ ਰਹੇ ਨੇ ਕਿ ਅਸੀਂ ਤਾਂ ਪ੍ਰਧਾਨ ਮੰਤਰੀ ਸਾਹਿਬ ਦੇ ਇੱਕ ਟੈਲੀਫੋਨ ਦੀ ਵੇਟ ਕਰ ਰਹੇ ਹਾਂ ਕਿ ਫੋਨ ਕਰਨ, ਬੁਲਾਉਣ ਤੇ ਕੰਮ ਖਤਮ ਹੋਵੇ, ਲੋਕ ਆਪਣੇ ਆਪਣੇ ਘਰਾਂ ਨੂੰ ਜਾਣ, ਆਪਣਾ ਕੰਮ ਕਰਨ ਦੇਖਣ। ਐਸਾ ਹੈ ਕਿ ਪਹਿਲਾਂ ਚਰਚਾ ਇਹ ਹੁੰਦੀ ਸੀ ਕਿ ਜੀ ਗੱਲਬਾਤ ਨਹੀਂ ਹੋ ਰਹੀ। ਗੱਲਬਾਤ ਤੋੜੀ ਕਿੰਨਾ ਹੈ? ਸਰਕਾਰ ਤਾਂ ਅੱਜ ਵੀ ਕਹਿ ਰਹੀ ਹੈ। ਮੈਂ ਫਿਰ ਉਹੀ ਪ੍ਰਸ਼ਨ ਕਰਨਾ,
ਕਿ ਅਗਰ ਕਿਸਾਨ ਦੇ ਹਿੱਤ ਦੇ ਲਈ ਅੰਦੋਲਨ ਹੈ, ਕਿਸਾਨਾਂ ਲਈ ਅੰਦੋਲਨ ਹੈ, ਕਿਸਾਨੀ ਲਈ ਅੰਦੋਲਨ ਹੈ, ਤੇ ਫਿਰ ਤਾਂ ਜਦੋਂ ਇਹ ਗੱਲ ਆ ਗਈ ਸੀ ਕਿ 1.5 ਸਾਲ ਇਹ ਕਾਨੂੰਨ ਲਾਗੂ ਨਹੀਂ ਹੋਏਗਾ, ਮਿਲ ਬੈਠ ਕੇ ਤੈਅ ਕਰਾਂਗੇ, ਉਸ ਦਿਨ ਇਹ ਅੰਦੋਲਨ ਸਮਾਪਤ ਹੋਣਾ ਪਰ ਸ਼ਰਮਾ ਜੀ, ਤੁਹਾਨੂੰ ਲੱਗ ਨਹੀਂ ਰਿਹਾ ਹੈਗਾ ਕਿ ਜਿੰਨਾ ਲੰਬਾ ਅੰਦੋਲਨ ਖਿੱਚਦਾ ਜਾ ਰਿਹਾ ਤੇ ਓਨਾ ਹੀ ਬੀਜੇਪੀ ਦਾ ਗ੍ਰਾਫ ਵੀ ਘਟਦਾ ਜਾ ਰਿਹਾ ਹੈਗਾ? ਐਸਾ ਹੈ ਕਿ ਸਮਾਜ ਵੀ ਸਾਰੀਆਂ ਗੱਲਾਂ ਦੇਖ ਰਿਹਾ। ਤੁਹਾਨੂੰ ਕੀ ਲੱਗਦਾ ਹੈ ਕਿ ਸਮਾਜ ਦੀ ਇੱਥੇ ਨਜ਼ਰ ਨਹੀਂ ਹੈ? ਸਮਾਜ ਅੰਦੋਲਨ ਨੂੰ ਵੀ ਦੇਖ ਰਿਹਾ। ਉਹ ਤਾਂ ਕਹਿੰਦੇ ਵੀ ਸਮਾਜ ਨੇ ਹੀ ਸਬਕ ਸਿਖਾਤਾ ਤੁਹਾਨੂੰ ਇਲੈਕਸ਼ਨ ਦੇ ਵਿੱਚ। ਸਮਾਜ, ਇਸ ਲੁੱਟ ਨੂੰ ਤੁਸੀਂ ਇਲੈਕਸ਼ਨ ਕਹਿੰਦੇ ਹੋ? ਮੈਂ ਨਹੀਂ ਕਹਿ ਰਿਹਾ ਹੈਗਾ, ਕਿਸਾਨ ਨੇਤਾ ਕਿਸਾਨ ਕਹਿ ਰਹੇ ਨੇ। ਇਸ ਲੁੱਟ ਨੂੰ ਅਗਰ ਇਲੈਕਸ਼ਨ ਕਿਹਾ ਜਾਂਦਾ ਹੈ ਤੇ ਕਾਂਗਰਸ ਨੂੰ ਮੁਬਾਰਕ ਹੈ, ਮੈਂ ਵੀ ਮੁਬਾਰਕਬਾਦ ਦੇ ਦਿੰਦਾ ਕਿ ਅਗਰ ਇਹ ਲੋਕਤੰਤਰ ਦੀ ਜਿੱਤ ਹੋਈ ਹੈ, ਇਸ ਪ੍ਰਕਾਰ ਦਾ ਲੋਕਤੰਤਰ ਹੁੰਦਾ, ਇਸ ਪ੍ਰਕਾਰ ਦਾ ਚੁਣਾਵ ਹੁੰਦਾ, ਇਸ ਪ੍ਰਕਾਰ ਬੂਥ ਕੈਪਚਰਿੰਗ ਨੂੰ ਲੋਕਤੰਤਰ ਕਿਹਾ ਜਾਂਦਾ, ਕੈਂਡੀਡੇਟਾਂ ਨੂੰ ਪੋਲਿੰਗ ਏਜੰਟਾਂ ਨੂੰ ਬੂਥਾਂ ਤੋਂ ਬਾਹਰ ਕੱਢ ਕੇ ਵੋਟਾਂ ਪਾਉਣ ਨੂੰ ਲੋਕਤੰਤਰ ਕਹਿੰਦੇ ਆ, ਤੇ ਮੁਬਾਰਕ ਹੈ ਬਈ। ਤੇ ਅਕਾਲੀ ਦਲ ਵੀ ਇਹੀ ਕਹਿ ਰਿਹਾ ਕਿ ਜਿਸ ਤਰ੍ਹਾਂ ਤੇ ਸੈਂਟਰ ਸਰਕਾਰ ਹੁਣ ਮੰਨਣ ਲੱਗੀ ਆ, ਤੇ ਜਦ ਅਸੀਂ ਭਾਈਵਾਲ ਸੀ ਸਾਡੀ ਗੱਲ ਮੰਨ ਲੈਂਦੇ ਤਾਂ ਆਹ ਦਿਨ ਬੀਜੇਪੀ ਨੂੰ ਦੇਖਣੇ ਨਾ ਪੈਂਦੇ। ਐਸਾ ਹੈ ਕਿ ਅਕਾਲੀ ਦਲ ਦਾ ਕੀ ਹੋਇਆ, ਜਰਾ ਨਜ਼ਰ ਮਾਰ ਕੇ ਤੇ ਦੇਖੋ, ਕਿਉਂਕਿ ਇਹ ਲੋਕਤਾਂਤਰਿਕ ਤਰੀਕੇ ਨਾਲ ਚੁਣਾਵ ਹੀ ਨਹੀਂ ਹੋਇਆ। ਤੁਹਾਡੇ ਤੇ ਹਮਲਾ ਹੋ ਜਾਂਦਾ, ਸੁਖਬੀਰ ਬਾਦਲ ਤੇ ਹਮਲਾ ਹੋ ਜਾਂਦਾ, ਗੋਲੀਆਂ ਵੀ ਚੱਲਦੀਆਂ ਨੇ। ਇਹ ਫਿਰ ਤੁਸੀਂ ਤੁਹਾਡਾ ਪ੍ਰਸ਼ਨ ਹੀ ਇਸ ਗੱਲ ਵੱਲ ਸੰਕੇਤ ਦਿੰਦਾ ਹੈ ਕਿ ਪੰਜਾਬ ਦੇ ਅੰਦਰ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ, ਕਾਨੂੰਨ ਦਾ ਕੋਈ ਰਾਜ ਨਹੀਂ ਹੈ, ਪੰਜਾਬ ਦੇ ਅੰਦਰ ਅਰਾਜਕ ਵਾਤਾਵਰਣ ਬਣਾਇਆ ਗਿਆ। ਇਸੇ ਕਰਕੇ ਤੇ ਇਹ ਸਾਰੀ ਲੁੱਟ ਖਸੁੱਟ ਹੋਈ ਹੈ ਚੁਣਾਵਾਂ ਦੇ ਅੰਦਰ। ਪੰਜਾਬ ਦੇ ਅੰਦਰ ਕੋਈ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਅਨੁਭਵ ਨਹੀਂ ਕਰਦਾ। ਅੱਜ ਇਸੇ ਕਰਕੇ ਕੱਲ ਯੂਥ ਕਾਂਗਰਸ ਦੇ ਜ਼ਿਲ੍ਹਾ ਅਧਿਕਸ਼ ਨੂੰ ਗੋਲੀ ਮਾਰ ਕੇ ਮਾਰਤਾ ਜਾਂਦਾ। ਇਹ ਕਾਨੂੰਨ ਵਿਵਸਥਾ, ਇਹ ਅਮਰਿੰਦਰ ਦਾ ਰਾਜ ਹੈ। ਇਸ ਕਰਕੇ 2022 ਦੇ ਅੰਦਰ ਨੇਤਰਤਵ ਕਰਨਾ ਚਾਹੁੰਦੇ ਨੇ ਉਹ। ਤੇ 2022 ਦੇ ਵਿੱਚ ਜੇਕਰ ਇਸੇ ਤਰ੍ਹਾਂ ਦਾ ਕਿਸਾਨਾਂ ਦਾ ਲੰਬਾ ਚੱਲਦਾ ਰਿਹਾ ਅੰਦੋਲਨ, ਜਿਸ ਤਰ੍ਹਾਂ ਕਿਹਾ ਵੀ ਜਾ ਰਿਹਾ ਹੈਗਾ ਵੀ ਅਕਤੂਬਰ, ਨਵੰਬਰ, ਦਸੰਬਰ ਤੱਕ ਚੱਲੇਗਾ ਤੇ ਫਰਵਰੀ, ਮਾਰਚ ਦੇ ਵਿੱਚ ਇਲੈਕਸ਼ਨ ਵੀ ਪੈਂਡਿੰਗ ਹੈਗਾ, ਤੇ ਦੁਬਾਰਾ ਜੀ ਫੇਰ ਤੁਹਾਨੂੰ ਕਿਸਾਨਾਂ ਦਾ ਸਾਹਮਣਾ ਕਰਨਾ ਪਊਗਾ। ਐਸਾ ਹੈ ਕਿ ਮੈਨੂੰ ਲੱਗਦਾ ਕਿ ਰਸਤਾ ਨਿਕਲੇਗਾ। ਨਹੀਂ, ਰਸਤਾ ਕਦ ਤੱਕ ਨਿਕਲੂਗਾ? ਲੋਕ ਮਰ ਰਹੇ ਨੇ, ਸੁਸਾਈਡ ਕਰ ਰਹੇ ਨੇ, ਤੇ ਸਰਕਾਰ ਨੂੰ ਜਲਦੀ ਤੋਂ ਜਲਦੀ ਤੁਹਾਨੂੰ ਲੱਗਦਾ ਨਹੀਂ ਵੀ ਕੱਢਣਾ ਚਾਹੀਦਾ ਹੈਗਾ? ਹੈ ਕਿ ਸਰਕਾਰ ਨੇ ਆਪਣਾ ਪਕਸ਼ ਕਲੀਅਰ ਕਰਤਾ। ਅੰਦੋਲਨ 'ਚ ਜਾਨ ਜਾਏ ਜਾਂ ਚੁਣਾਵ 'ਚ ਕਿਸੇ ਦੀ ਜਾਨ ਗਈ ਹੈ, ਚਾਹੇ ਗੋਲੀ ਦੇ ਅਮਰਿੰਦਰ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਕਾਰਨ ਕਿਸੇ ਦੀ ਜਾਨ ਗਈ ਹੈ, ਸਭ ਦੇ ਪ੍ਰਤੀ ਸੰਵੇਦਨਾ ਹੈ। ਇਸ ਪ੍ਰਕਾਰ ਦਾ ਲੋਕਤੰਤਰ 'ਚ ਨਹੀਂ ਹੋਣਾ ਚਾਹੀਦਾ। ਲੇਕਿਨ ਸਰਕਾਰ ਨੇ ਆਪਣਾ ਪਕਸ਼ ਸਾਹਮਣੇ ਰੱਖਿਆ ਹੋਇਆ, ਗੱਲਬਾਤ ਦੇ ਦਰਵਾਜ਼ੇ ਖੋਲ੍ਹੇ ਹੋਏ ਨੇ, ਤੇ ਗੱਲਬਾਤ ਦੇ ਮਾਧਿਅਮ ਦੇ ਨਾਲ ਹੀ ਰਸਤਾ ਨਿਕਲਣਾ ਹੈ। ਔਰ ਜਿਤਨਾ ਜਲਦੀ ਇਹ ਰਸਤਾ ਨਿਕਲੇਗਾ, ਇਹਦੇ 'ਚ ਹੀ ਕਿਸਾਨ ਦਾ ਵੀ ਹਿੱਤ ਹੈ, ਪੰਜਾਬ ਦਾ ਵੀ ਹਿੱਤ ਹੈ, ਪੰਜਾਬੀਅਤ ਦਾ ਵੀ ਹਿੱਤ ਹੈ, ਔਰ ਪੰਜਾਬ ਦੇ ਭਾਈਚਾਰੇ ਦਾ ਵੀ ਹਿੱਤ ਇਹਦੇ 'ਚ ਹੀ ਹੈ ਕਿ ਇਹਦਾ ਰਸਤਾ ਨਿਕਲੇ। ਪਰ ਡੈਡਲੌਕ ਕਦ ਤੱਕ ਟੁੱਟੇਗਾ? ਕਿਉਂਕਿ 26 ਤੋਂ ਬਾਅਦ ਜਿਹੜਾ ਲਗਾਤਾਰ ਹੀ ਜਿਹੜਾ ਡੈਡਲੌਕ ਸੀਗਾ ਬਣਿਆ ਹੋਇਆ ਹੈਗਾ, ਨਾ ਸਰਕਾਰ ਕੋਸ਼ਿਸ਼ ਕਰ ਰਹੀ ਹੈਗੀ ਆ, ਸਰਕਾਰ ਕਹਿ ਨਹੀਂ ਰਹੀ ਹੈਗੀ ਕਿ ਕਿਸਾਨਾਂ ਨੂੰ ਆਓ ਤੇ ਗੱਲਬਾਤ ਦੇ ਟੇਬਲ ਤੇ ਆਪਾਂ ਗੱਲਬਾਤ ਨਿਪਟਾਈਏ। ਪਿਛਲੇ ਪ੍ਰਧਾਨ ਮੰਤਰੀ ਜੀ ਨੇ ਜਦ ਕਹਿ ਦਿੱਤਾ ਕਿ ਜੋ ਜਿੱਥੇ ਤੁਸੀਂ ਗੱਲ ਛੱਡ ਕੇ ਗਏ ਹੋ ਉਹ ਸਟੈਂਡ ਹੈ, ਤੇ ਅੱਗੇ ਗੱਲ ਹੋ ਸਕਦੀ ਹੈ। ਫਿਰ ਆਫੀਸ਼ੀਅਲ ਤੁਸੀਂ ਅੱਜ ਅਨਾਉਂਸ ਕਰ ਰਹੇ ਹੋ ਵੀ, ਜਾਂ ਵੀ ਆਫੀਸ਼ੀਅਲ ਤੁਹਾਡੇ ਜਿਹੜੇ ਐਗਰੀਕਲਚਰ ਮਿਨਿਸਟਰ ਹੈਗੇ ਨੇ ਵੀ ਬੁਲਾ ਲੈਣਗੇ ਉਹਨਾਂ ਨੂੰ? ਐਸਾ ਹੈ ਕਿ ਸਰਕਾਰ ਔਰ ਸੰਗਠਨ ਦੋਨੋਂ ਅਲੱਗ-ਅਲੱਗ ਬਿੰਦੂ ਨੇ। ਜਿਹੜੀਆਂ ਚੀਜ਼ਾਂ ਸੰਗਠਨ ਦੇ ਲੈਵਲ 'ਤੇ ਤੈਅ ਹੋਣੀਆਂ ਉਹ ਸੰਗਠਨ ਨੇ ਹੀ ਕਰਨੀਆਂ, ਔਰ ਜਿਹੜੀਆਂ ਚੀਜ਼ਾਂ ਸਰਕਾਰ ਨੇ ਤੈਅ ਕਰਨੀਆਂ ਸਰਕਾਰ ਨੇ ਹੀ ਕਰਨੀਆਂ। ਔਰ ਮੈਨੂੰ ਇਹ ਜ਼ਰੂਰ ਆਸ ਹੈ ਕਿ ਦੋਨੋਂ ਪਕਸ਼ ਇੱਕ ਦੂਜੇ ਦੇ ਸੰਪਰਕ 'ਚ ਹੋਣਗੇ ਹੁਣ ਵੀ। ਤੇ ਗੱਲਬਾਤ ਟੇਬਲ ਤੇ, ਜਿਸ ਤਰ੍ਹਾਂ ਆਪਾਂ ਬੈਠੇ ਹਾਂ ਟੇਬਲ ਤੇ, ਗੱਲਬਾਤ ਟੇਬਲ ਤੇ ਕਦ ਸ਼ੁਰੂ ਹੋ ਸਕਦੀ ਹੈਗੀ ਆ? ਇਹਦੀ ਮੈਨੂੰ ਤਾਂ ਕੋਈ ਅਜੇ ਜਾਣਕਾਰੀ ਨਹੀਂ ਹੈ। ਜਾਣਕਾਰੀ ਹੋਏਗੀ ਸਭ ਤੋਂ ਪਹਿਲਾਂ ਤੁਹਾਨੂੰ ਦੱਸੋ, ਕਿਉਂਕਿ ਸੰਗਠਨ ਨੂੰ ਪਹਿਲਾਂ ਜਾਣਕਾਰੀ ਹੁੰਦੀ ਹੈ ਤੇ ਸਰਕਾਰ ਨੂੰ ਬਾਅਦ 'ਚ ਹੁੰਦੀ ਹੈ। ਸੰਗਠਨ ਦਾ ਹੀ ਸਰਕਾਰਾਂ 'ਤੇ ਕੰਟਰੋਲ ਵੀ ਹੁੰਦਾ। ਮੈਂ ਕਹਿ ਰਿਹਾ ਨਾ ਕਿ ਜਾਣਕਾਰੀ ਮਿਲਦੇ ਤੁਹਾਨੂੰ ਸਭ ਤੋਂ ਪਹਿਲਾਂ ਦੱਸਾਂਗਾ। ਤਾਂ ਲੱਗ ਕੀ ਰਿਹਾ ਹੈਗਾ ਕਿ ਕਦ ਤੱਕ, ਜਾਂ 1-2 ਮਹੀਨੇ ਹਰੇ ਹੋਰ ਲੰਬਾ ਚੱਲੂ? ਮੈਨੂੰ ਲੱਗਦਾ ਕਿ ਇਸ ਪ੍ਰਸ਼ਨ ਜ਼ਿਆਦਾ ਲੰਬਾ ਹੋ ਗਿਆ।
ਇਹ ਸਨ ਅਸ਼ਵਨੀ ਸ਼ਰਮਾ ਜਿਹੜੇ ਦੱਸ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿਸਾਨਾਂ ਤੇ ਸਰਕਾਰ ਦੇ ਵਿੱਚ ਡੈਡਲੌਕ ਬਣਿਆ ਹੋਇਆ ਹੈ ਜਲਦੀ ਹੀ ਟੁੱਟੇਗਾ ਤੇ ਜਲਦੀ ਹੀ ਕਿਸਾਨ ਅਤੇ ਸਰਕਾਰ ਆਮਣੇ ਸਾਹਮਣੇ ਗੱਲਬਾਤ ਦੀ ਟੇਬਲ ਤੇ ਹੋਣਗੇ। ਕੈਮਰਾਮੈਨ ਇੰਦਰਜੀਤ ਦੇ ਨਾਲ ਵਿਸ਼ਾਲ ਇੰਗਲਿਸ਼, ਨਿਊਜ਼ 24 ਚੰਡੀਗੜ੍ਹ।